ਅੱਜ ਕੱਲ੍ਹ ਬੱਚਿਓ ਤੁਸੀਂ ਆਪਣੀਆਂ ਜਮਾਤਾਂ ਵਿੱਚ ਵੀ ਬਹੁਤ ਹੀ ਇੰਟਰਸਟਿੰਗ ਚੈਪਟਰ ਹੈ ਜਿਹੜਾ ਉਹ ਪੜ੍ਹ ਰਹੇ ਹੋ। ਤੇ ਪਿਛਲੇ ਲੈਕਚਰ ਦੇ ਵਿੱਚ ਵੀ ਅਸੀਂ ਇਹਦਾ ਇੱਕ ਪਾਰਟ ਅਸੀਂ ਕੀਤਾ ਸੀ। ਚੈਪਟਰ ਦਾ ਨਾਮ ਤੁਹਾਨੂੰ ਯਾਦ ਹੋਏਗਾ ਕੀ ਸੀ? ਰਾਸ਼ੀਆਂ ਦੀ ਤੁਲਨਾ। ਬੇਟਾ ਤੁਸੀਂ ਬੜੇ ਹੀ ਧਿਆਨ ਨਾਲ ਸੁਣਿਆ ਹੋਗਾ, ਸਮਝ ਵੀ ਲਿਆ ਹੋਗਾ ਕਿ ਰਾਸ਼ੀਆਂ ਦੀ ਤੁਲਨਾ ਕਿਉਂ ਇੰਪੋਰਟੈਂਟ ਹੈ। ਆਪਾਂ ਇੱਕ ਐਗਜ਼ਾਮਪਲ ਲਿਆ ਸੀ ਪਿਛਲੀ ਵਾਰ ਮੈਮ ਨੇ ਕਿ ਇੱਕ ਕਲਾਸ ਵਿੱਚ ਇੱਕ ਬੱਚੇ ਦੇ ਮੰਨ ਲਓ 50 ਨੰਬਰ ਦਾ ਟੈਸਟ ਹੋਇਆ, ਉਹਦੇ 50 ਚੋਂ 45 ਨੰਬਰ ਆ ਗਏ ਤੇ ਉਸਦੀ ਸਿਸਟਰ ਮੰਨ ਲਓ ਦੂਸਰੇ ਸੈਕਸ਼ਨ 'ਚ ਪੜ੍ਹਦੀ ਸੀ ਤੇ ਉੱਥੇ ਉਹਨਾਂ ਦੇ ਮੈਮ ਨੇ 100 ਨੰਬਰ ਦਾ ਟੈਸਟ ਲੈ ਲਿਆ ਤੇ ਉਸਦੇ 100 ਚੋਂ 75 ਨੰਬਰ ਆ ਗਏ। ਜਦੋਂ ਘਰ ਜਾ ਕੇ ਦੋਨਾਂ ਨੇ ਆਪਣੇ ਨੰਬਰ ਦਿਖਾਏ ਤਾਂ ਉਹਨਾਂ ਦੀ ਮਦਰ ਨੂੰ ਕੀ ਲੱਗਿਆ ਕਿ ਜਿਹਦੇ 50 ਚੋਂ 45 ਨੰਬਰ ਹੈ ਉਸਨੇ ਘੱਟ ਨੰਬਰ ਲਏ ਹਨ, ਪਰ 100 ਚੋਂ 75 ਵਾਲੇ ਨੇ ਜ਼ਿਆਦਾ ਨੰਬਰ ਲਏ ਹਨ। ਤਾਂ ਇਸ ਤਰ੍ਹਾਂ ਨਾਲ ਕਈ ਵਾਰੀ ਕੀ ਹੁੰਦਾ ਬੇਟਾ, ਇੱਥੇ ਮਿਸਟੇਕ ਕੀ ਸੀ ਕਿ ਉਹਨਾਂ ਦੋਨਾਂ ਦਾ ਤੁਲਨਾ ਜਿਸ ਆਧਾਰ ਤੇ ਕੀਤੀ ਗਈ ਸੀ ਯਾਨੀ ਕੁੱਲ ਨੰਬਰਾਂ ਤੇ ਉਹ ਫਰਕ ਸੀ। ਇੱਕ ਜਿਹੜੇ ਬੱਚੇ ਦੇ 50 ਚੋਂ ਨੰਬਰ ਸੀ, ਦੂਜੇ ਦੇ 100 ਚੋਂ ਨੰਬਰ ਸੀ। ਤਾਂ ਇਸ ਲਈ ਬੇਟਾ ਜਿਹੜੀ ਤੁਲਨਾ ਕਰਨੀ ਹੈ ਉਹ ਬਹੁਤ ਇੰਪੋਰਟੈਂਟ ਹੈ। ਬਹੁਤ ਧਿਆਨ ਨਾਲ ਦੇਖ ਕੇ ਅਸੀਂ ਤੁਲਨਾ ਕਰਨੀ ਹੁੰਦੀ ਹੈ। ਤੇ ਤੁਲਨਾ ਕਰਨ ਦਾ ਇੱਕ ਬਹੁਤ ਵਧੀਆ ਤੇ ਇੱਕ ਬੜਾ ਹੀ ਇੰਪੋਰਟੈਂਟ ਤਰੀਕਾ ਹੈ ਪਰਸੈਂਟੇਜ, ਜਿਹਨੂੰ ਅਸੀਂ ਕੀ ਕਹਿੰਦੇ ਹਾਂ? ਪ੍ਰਤੀਸ਼ਤ। ਮਤਲਬ ਅਸੀਂ ਹਰ ਇੱਕ ਚੀਜ਼ ਨੂੰ 100 ਦੇ ਵਿੱਚੋਂ ਅਸੀਂ ਕੱਢ ਲੈਂਦੇ ਹਾਂ, ਫਿਰ ਅਸੀਂ ਉਹਦੀ ਤੁਲਨਾ ਕਰ ਲੈਂਦੇ ਹਾਂ। ਉਹੀ ਹੁਣ ਜਿਵੇਂ ਆਪਾਂ ਐਗਜ਼ਾਮਪਲ ਲਈਏ 50 ਚੋਂ ਜੇ ਉਹਦੇ 45 ਨੰਬਰ ਸੀ ਬੇਟਾ ਤਾਂ 100 ਚੋਂ ਕਿੰਨੇ ਹੋਣਗੇ? 90। ਤੇ ਉਧਰੋਂ ਉਹਦੇ 100 ਚੋਂ ਕਿੰਨੇ ਨੰਬਰ ਸੀ? ਬੀ ਸੈਕਸ਼ਨ ਵਾਲੇ ਸਿਸਟਰ ਦੇ ਉਹਦੇ 75। ਤਾਂ ਕਿਹਦੇ ਨੰਬਰ ਜ਼ਿਆਦਾ ਸੀ? ਜਿਸਨੇ 50 ਚੋਂ 45 ਨੰਬਰ ਲਏ ਸੀ। ਸਮਝ ਆਈ ਨਾ ਬੱਚਿਓ? ਤੇ ਹੁਣ ਆਪਾਂ ਅੱਗੇ ਹੋਰ ਵੱਧਦੇ ਹਾਂ ਕਿ ਅਸੀਂ ਪਰਸੈਂਟੇਜ ਦੀ ਯੂਜ਼ ਕਿੱਥੇ ਕਿੱਥੇ ਕਰਦੇ ਹਾਂ ਬੇਟਾ। ਤਾਂ ਸਭ ਤੋਂ ਪਹਿਲਾਂ ਅੱਜ ਕੱਲ੍ਹ ਧਿਆਨ ਨਾਲ ਦੇਖੋ, ਅੱਜ ਕੱਲ੍ਹ ਕਿਹੜੇ ਦਿਨ ਚੱਲ ਰਹੇ ਆ? ਤਿਉਹਾਰਾਂ ਦੇ ਦਿਨ ਚੱਲ ਰਹੇ ਆ। ਤੁਸੀਂ ਸਾਰੇ ਲੋਕ ਮਾਰਕੀਟ ਜਾਂਦੇ ਹੋ, ਕੋਈ ਸ਼ਾਪਿੰਗ ਕਰਨ ਜਾਂਦੇ ਹੋ ਤਾਂ ਅੱਜ ਕੱਲ੍ਹ ਬਹੁਤ ਸਾਰੀਆਂ ਸੇਲਾਂ ਵੀ ਲੱਗੀਆਂ ਹੁੰਦੀਆਂ ਹਨ। ਤਾਂ ਤੁਸੀਂ ਨਿਊਜ਼ਪੇਪਰ ਦੇਖ ਲੈਣਾ ਅੱਜ ਦਾ ਹੀ, ਚਾਹੇ ਜਾ ਕੇ ਤੁਸੀਂ ਦੇਖਣਾ ਕਿੰਨੀਆਂ ਸੇਲਸ, ਇੰਨੇ % ਆਫ, ਇੰਨੇ % ਆਫ, ਜਾਂ ਕਈ ਵਾਰੀ ਮਲਟੀਪਲ % ਆਫ ਹੁੰਦਾ। ਤਾਂ ਬੇਟਾ ਜਦ ਤੱਕ ਸਾਨੂੰ ਇਹ ਚੀਜ਼ ਸਮਝ ਨਹੀਂ ਆਏਗੀ, ਅਸੀਂ ਕੈਲਕੂਲੇਟ ਨਹੀਂ ਕਰ ਪਾਵਾਂਗੇ ਤਾਂ ਸਾਨੂੰ ਕਿੰਨਾ, ਜੇ ਸਾਨੂੰ ਆਂਦਾ ਹੋਊਗਾ ਤਾਂ ਅਸੀਂ ਬੜੇ ਆਰਾਮ ਨਾਲ ਅਸੀਂ ਆਪ ਵੀ ਕੈਲਕੂਲੇਟ ਕਰ ਸਕਦੇ ਹਾਂ। ਨਹੀਂ ਤਾਂ ਸਾਨੂੰ ਕੋਈ ਵੀ ਗਲਤ ਕਹਿ ਕੇ ਜੀ ਅਸੀਂ ਤੁਹਾਨੂੰ 25% ਆਫ ਦੇ ਰਹੇ ਹਾਂ ਤੇ ਦੇ ਚਾਹੇ ਅਗਲਾ ਤੁਹਾਨੂੰ 10% ਦੇਵੇ, ਜਦ ਤੱਕ ਸਾਨੂੰ ਆਪ ਕੈਲਕੂਲੇਸ਼ਨ ਕਰਨੀ ਨਹੀਂ ਆਉਂਦੀ। ਤਾਂ ਬੱਚਿਓ ਇਸ ਕਰਕੇ ਜਿਹੜਾ ਚੈਪਟਰ ਅਸੀਂ ਅੱਜ ਕਰਨ ਜਾ ਰਹੇ ਹਾਂ, ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਐਂਡ ਇਟ ਇਜ਼ ਯੂਜ਼ਡ ਇਨ ਆਰ ਡੇਲੀ ਲਾਈਫ ਆਲਸੋ। ਤੇ ਬਹੁਤ ਧਿਆਨ ਨਾਲ ਤੁਸੀਂ ਆਪਣੇ ਸਕਰੀਨ ਤੇ ਪਹਿਲਾਂ ਦੇਖੋ ਕਿ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਇਹਨੂੰ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਦੇਖ, ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਜਦੋਂ ਅਸੀਂ ਕੋਈ ਪਰਸੈਂਟੇਜ, ਕੋਈ ਸੀ ਪ੍ਰਤੀਸ਼ਤ, ਕੋਈ ਛੂਟ ਮਿਲ ਰਹੀ ਹੈ, ਸਾਨੂੰ ਸੇਲ ਲੱਗੀ ਹੋਈ ਹੈ, ਤਾਂ ਅਸੀਂ ਉੱਥੇ ਸਾਨੂੰ ਕੈਲਕੂਲੇਸ਼ਨ ਜੇ ਆਂਦੀ ਹੋਗੀ ਬੇਟਾ ਤਾਂ ਅਸੀਂ ਆਪਣੇ ਆਪ ਕੱਢ ਲਵਾਂਗੇ। ਠੀਕ ਹੈ ਨਾ? ਉਸ ਤੋਂ ਬਾਅਦ ਨੈਕਸਟ ਹੁਣ ਤੁਸੀਂ ਬੜਾ ਇਹ ਵਰਡ ਸੁਣਦੇ ਹੋਵੋਗੇ GST। ਸੁਣਿਆ ਹੈ ਬੱਚਿਓ? ਹਾਂਜੀ, ਇਸ ਦਾ ਫੁੱਲ ਫਾਰਮ ਕੀ ਹੁੰਦਾ ਹੈ? ਗੁੱਡਸ ਐਂਡ ਸਰਵਿਸਿਜ਼ ਟੈਕਸ। ਇਹ ਬੇਟਾ ਆਪਾਂ ਕਿਤੇ ਵੀ ਅੱਜ ਕੱਲ੍ਹ ਤੁਸੀਂ ਬਾਜ਼ਾਰ ਜਾਓ, ਤੁਸੀਂ ਅਗਲੀ ਵਾਰ ਨੋਟਿਸ ਕਰਨਾ ਹੈ, ਕਿਉਂਕਿ ਕਈ ਵਾਰ ਆਪਾਂ ਆਪਣੇ ਮੰਮੀ ਪਾਪਾ ਨਾਲ ਜਾਂਦੇ ਹਾਂ ਤਾਂ ਅਸੀਂ ਉਹਨਾਂ ਨੇ ਜੋ ਅਸੀਂ ਲੈ ਲਿਆ, ਖਰੀਦਿਆ, ਪੇਰੈਂਟਸ ਨੇ ਬਿੱਲ ਦੇਣਾ ਹੁੰਦਾ, ਆਪਾਂ ਕਈ ਵਾਰ ਧਿਆਨ ਨਾਲ ਨਹੀਂ ਦੇਖਦੇ। ਪਰ ਤੁਸੀਂ ਅਗਲੀ ਵਾਰ ਬਹੁਤ ਧਿਆਨ ਨਾਲ ਦੇਖਣਾ ਹੈ ਕਿ ਜਦੋਂ ਤੁਸੀਂ ਜਾਓਗੇ ਤਾਂ ਜਿਹੜਾ ਸ਼ਾਪਕੀਪਰ ਹੈ, ਜੇ ਤੁਸੀਂ ਉਸ ਤੋਂ ਬਿੱਲ ਲੈਣਾ ਵੀ ਚਾਹੀਦਾ ਹੈ, ਬਹੁਤ ਜ਼ਰੂਰੀ ਹੁੰਦਾ ਹੈ, ਜਦੋਂ ਤੁਸੀਂ ਬਿੱਲ ਲਾਓਗੇ ਤਾਂ ਉਹ ਤੁਹਾਨੂੰ ਦੱਸਦਾ ਹੈ ਕਿ ਜੇ ਮੰਨ ਲਓ ਤੁਸੀਂ ਕੋਈ ਮੰਨ ਲਓ ਕਾਪੀਆਂ ਪੈਨ ਖਰੀਦੇ ਹੈ ਤਾਂ ਉਹਦੇ ਤੇ ਉਹ ਕਹੇਗਾ ਜੀ GST ਹੈ 5%। ਤਾਂ ਠੀਕ ਹੈ, ਅਸੀਂ ਕਵਾਂਗੇ ਅਸੀਂ GST ਦੇਵਾਂਗੇ ਤੇ ਤੁਸੀਂ ਸਾਨੂੰ ਬਿੱਲ ਬਣਾ ਕੇ ਦਿਓ। ਬਿੱਲ ਬਣਾਉਣ ਦੇ ਵਿੱਚ ਬਹੁਤ ਫਾਇਦੇ ਹੁੰਦੇ ਨੇ, ਗੌਰਮੈਂਟ ਨੂੰ ਬਹੁਤ ਫਾਇਦਾ ਹੁੰਦਾ ਹੈ, ਉਹ ਫੈਸਿਲਿਟੀਜ਼ ਆਪਣੇ ਤੇ ਯੂਜ਼ ਹੁੰਦੀਆਂ ਨੇ ਬਾਅਦ ਵਿੱਚ। ਚਲੋ ਖੈਰ, ਤਾਂ ਉਹਦੇ ਵਿੱਚ ਮੰਨ ਲਓ 5% ਹੈ, ਤੁਸੀਂ ਕੋਈ 200 ਦੀ ਚੀਜ਼ ਖਰੀਦ ਲਈ, ਸਾਰੀ ਖਰੀਦਦਾਰੀ ਕੀਤੀ, 5% ਉਸ ਤੇ ਹੋਰ ਲੱਗਣਾ ਹੈ। ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਅਸੀਂ ਕਿਵੇਂ ਕੈਲਕੂਲੇਟ ਕਰਨਾ ਹੈ। ਠੀਕ ਹੈ ਬੱਚਿਓ? ਉਸ ਤੋਂ ਬਾਅਦ ਅਸੀਂ ਹੋਰ ਇੱਕ ਪਰਸੈਂਟੇਜ ਕਿੱਥੇ ਯੂਜ਼ ਕਰਦੇ ਹਾਂ? ਕੰਪਾਊਂਡ ਇੰਟਰਸਟ ਦੇ ਵਿੱਚ। ਬੈਂਕਾਂ ਦੇ ਵਿੱਚ ਜਦੋਂ ਅਸੀਂ ਕੋਈ ਰਾਸ਼ੀ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਹਾਂ ਬੱਚਿਓ ਤਾਂ ਸਾਨੂੰ ਕੀ ਮਿਲਦਾ ਹੈ? ਉਸ ਤੇ ਵਿਆਜ ਮਿਲਦਾ ਹੈ। ਤੇ ਉਹ ਵਿਆਜ ਦੀ ਜਿਹੜੀ ਦਰ ਹੁੰਦੀ ਹੈ ਪ੍ਰਤੀਸ਼ਤ ਵਿੱਚ ਹੁੰਦੀ ਹੈ, ਕਿਵੇਂ ਅਸੀਂ ਕੈਲਕੂਲੇਟ ਕਰਦੇ ਹਾਂ, ਇਹ ਵੀ ਬੇਟੇ ਅੱਜ ਅਸੀਂ ਸਿੱਖਾਂਗੇ। ਤੇ ਸ਼ੁਰੂ ਕਰਨ ਲਈ ਮੈਂ ਇੱਕ ਦੋ ਕੁਐਸਚਨ ਲੈ ਕੇ ਆਈ ਹਾਂ ਤੁਹਾਡੇ ਲਈ, ਜਿਹੜੇ ਕਿ ਤੁਸੀਂ ਪਿਛਲੀ ਵਾਰ ਵੀ ਕੀਤੇ ਸੀ, ਮੈਮ ਨੇ ਤੁਹਾਨੂੰ ਕਰਾਏ ਸੀ। ਕਿ ਇੱਕ ਗੱਲ ਬੇਟਾ ਮੈਂ ਹੋਰ ਕਹਿਣਾ ਚਾਹਾਂਗੀ ਕਿ ਹੁਣ ਜਿਹੜਾ ਤੁਹਾਡੇ ਪੇਪਰ ਵੀ ਆ ਰਹੇ ਨੇ ਉਹਦੇ ਵਿੱਚ ਜਿਹੜਾ ਪਾਰਟ A ਹੁੰਦਾ ਹੈ, ਉਹ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੁਐਸਚਨ ਹੁੰਦੇ ਬੁੱਕ ਦੇ ਵਿੱਚੋਂ ਹੀ ਨੇ, ਪਰ ਥੋੜਾ ਜਿਹਾ ਅਸੀਂ ਉੱਤੇ ਸੋਚਣਾ ਹੁੰਦਾ ਹੈ ਕਿ ਉਹਨੇ ਸਾਨੂੰ ਪੁੱਛਿਆ ਕੀ ਹੈ। ਅਸੀਂ ਕਈ ਵਾਰ ਉਹ ਬੜੇ ਆਸਾਨ ਹੁੰਦੇ ਆ ਪਰ ਅਸੀਂ ਉਹਨੂੰ ਕਈ ਵਾਰ ਧਿਆਨ ਨਾਲ ਨਹੀਂ ਪੜ੍ਹਦੇ ਤਾਂ ਲੱਗਦਾ ਹੈ ਕਿ ਬੜਾ ਹੀ ਮੁਸ਼ਕਿਲ ਕੁਐਸਚਨ ਹੈ। ਹੁਣ ਤੁਹਾਡੇ ਸਾਹਮਣੇ ਮੈਂ ਇੱਕ ਦੋ ਕੁਐਸਚਨ ਰੱਖੇ ਆ, ਤੁਸੀਂ ਦੇਖੋ ਕੀ ਹੈ। ਕਿਸੇ ਸੰਖਿਆ ਨੂੰ ਦੁੱਗਣਾ ਕਰਨ ਤੇ
उस संख्या विच डैश प्रतिशत वाधा हुंदा है। हुण बेटा सोचो की आएगा, एक संख्या नूं असीं दुगना कर दिता, बिल्कुल मैं तुहानूं जदों प्रतिशत वाला आंदा बड़ा सौखा हुंदा, तुसीं 100 नाल लैके चल जाओ। मान लो जे किसी नूं बच्चे नूं नहीं आ रहा, सिंपल मान लो कि मान लो पहला संख्या कितनी है 100, जदों असीं इसनूं दुगनी कर दित्ती कितनी होगी बच्चों 200। ठीक है, तां वाधा कितना होया बेटा, हुण तुहाडे कोल वाधा कितना हो गया संख्या दे विच 100 दा। ठीक है बच्चों, ते वाधा प्रतिशत कितना होया, हुण ये चीज सोचण वाली है, ध्यान रखना है। वाधा जो भी कितना होया बेटा 100, ते हमेशा वाधा किस चीज ते हुंदा है, जो पहली संख्या हुंदी है, यानी कि 100 ते प्रतिशत लई बेटा असीं 100 चों कढ लैंदे हां, तां किन्ने प्रतिशत वाधा हो गया बच्चों 100%। वैसे भी सोचण वाली गल है, किसी संख्या नूं जो असीं दुगना करता तां वो संख्या कितनी वध गई, उन्नी ही फेर वध गई, ते जदों असीं उहदे नाल ही परसेंटेज कड्ढी तां 100% है जिहड़ी ओह वाधा तुहाडे कोल आ जाएगा। हुण मान लो इहो जिहा क्वेश्चन बेटा पेपर च आ जांदा, ओहदियां तुहानूं ऑप्शनस लिखियां हुंदियां ABCD, तां तुहानूं 1 मिनट च इहदा आंसर पता लग जांदा। जे नहीं भी पता लग रहा तो तुसीं इस तरह नाल उहनूं सॉल्व करके देख सकदे हो। उसे तरह बेटा एक नैक्सट क्वेश्चन है कि किसी संख्या नूं अद्धा करन ते उस संख्या विच डैश प्रतिशत कमी हुंदी है। हुण बेटा ये तुसीं सोचो किवें करांगे असीं, जदों असीं अद्धा कर दिता, पहला संख्या कितनी मान लैनी असीं 100। ठीक है बेटा, जदों अद्धी कर दित्ती तो दूसरी बार संख्या कितनी रह गई बेटा, अद्धी करन ते कितनी हो जाती, 100 दा अद्धा कितना हुंदा 50। कमी कितनी आई बेटा 100 चों असीं बेटे 50 माइनस कर दिता, 50 जिहड़ी है रुपए लिख लो, कुछ भी लिख लो, 50 जिहड़ी इकाइयां उहदी की होगी कमी आ गई। तो कमी प्रतिशत बेटा कितनी होएगी, ये चीज़ इंपॉर्टेंट है। प्रतिशत कड्ढन लगे ध्यान रखना है, जिस चीज़ का कड्ढना है प्रतिशत ऊपर, जिस चीज़ ते कमी हुई है या वाधा होया है, हुण कमी की गल कर रहे हैं तो किस ते हुई 100 ते, प्रतिशत लिए असीं इहनूं 100 नाल बेटे की कर दिंदे हाँ, गुना कर दिंदे हाँ, तां ये तुहाडे कोल बेटा कितना आ जाएगा 50%। तुहानूं गल समझ आ गई होएगी। इहदे नाल दे बेटे तुसीं हुण 2-2 क्वेश्चन अपने आप करके देखने हैं। जिवें आपां करिए भी किसी संख्या नूं दुगना करन दी जगह ते आपां कर दईए किसी संख्या नूं 4 गुना करन ते, या किसी संख्या नूं 1.5 गुना करन ते। ठीक है, उस तरह किसी संख्या अद्धा करन दी जगह ते तुसीं 2 तिहाई करके देख सकते हो, 1 चौथाई करके देख सकते हो कि उस विच कितनी कमी हुंदी है। तो इस तरह के क्वेश्चन बेटा जे सानू तरीका पता होवे, कैलकुलेशन करनी आंदी होवे, तो अपने कोल कुछ भी अगे आ जाए असीं उहनूं सॉल्व कर सकते हैं। नैक्सट बेटा एक बड़ा वधिया क्वेश्चन है तुहाडे लई, सोच के मैनूं तुसीं जवाब देना है कि एक वस्तु का मुल 10% वधा के फिर 10% घटा दिता गया, हुण उस वस्तु का मुल पता करो। देखो बेटे हुण जदों आपां एकदम ये क्वेश्चन पढ़ते हैं तो आपां नूं लगदा भी 10% वधाता फिर 10% घटाता, तो आपां नूं लगदा भी उन्ना ही मुल हो जाऊगा, इस तरह ही लगदा ना आपां नूं देखण च। पर हुण आपां इहनूं करके देखते हैं बेटा क्वेश्चन नूं। इस तरह मैथ है ना, जदों मैथ वाल आपां पढ़दे हैं तो अपना माइंड बहुत लॉजिकल हो जाता है, आपां देखते हैं उहदे बारे सोचते हैं, देखण च आपां नूं लगदा भी ये तो 10% वधाया फिर 10% घटाता, उन्ना ही आ जाना चाहिए। आओ आपां देखिए बेटे, मान लो पहला वस्तु का मुल कितना सी, पहला मुल कितना सी बेटे वस्तु का, आपां मान लैने जदों प्रतिशत वाला सवाल हुंदे तो ज़्यादातर सानूं किस ते मान लेना चाहिए 100 रुपए सी जी। ठीक है बेटे, तो 10% जदों वधाता, हुण मैं एक गल बेटे तुहानूं होर समझानी है, बड़े ध्यान नाल समझो। जदों 10% वध गया उहदा मतलब की है, किन्ना वधिया 10%। पहला चाहे 2 तरीके, या तो इहदा 10% कढ के फिर उहदे च जोड़ो, दूसरा मैथड की है कि सीधा उसका किन्ना लै लवो तुसीं 110%। देखो तो हुण वधिया होया मुल किन्ना हो जाएगा, वधिया मुल 100 दा 110%। ये बेटा गल ध्यान नाल समझनी, मैं इत्थे 110 क्यों लिखा है, क्योंकि जिन्ना पहला सी उहदे ते 10% वध गया, यानी 110% हो गया। ये मैं तुहानूं हुण एक बार इस तो बाद क्वेश्चन तो बाद भी चंगी तरह दसांगी आपां किवें करना हुंदा है। तां बेटे देखो 100 नाल 100 अपना कैंसल, तां किन्ना आ गया 110 रुपए। वधिया होया मुल, हुण नवां मुल किन्ना हो गया 110 रुपए। हुण फिर किन्ना घटा दिता गया है इसका 10%। जे तुहानूं बच्चों आ मुश्किल लगता है तो तुसीं इसनूं 2 स्टैप्स च भी कर सकते हो कि पहला वाधा पता कर लो, आ देखो 100 का 10% बेटा वाधा पता कर लो। कई बच्चों को एकदम कन्फ्यूजन लगती है भी क्यों 110 ना गुना की। आ लो बेटे वाधा 10 रुपए आ गया,
ਤਾਂ ਵਧਿਆ ਹੋਇਆ ਮੁੱਲ ਕਿੰਨਾ ਆ ਜਾਏਗਾ, ਆ ਦੇਖੋ ਬੇਟੇ 100 ਦੇ ਵਿੱਚ 10 ਜੋੜ ਦਿੱਤੇ ਬੇਟੇ, ਕਿੰਨਾ ਆ ਗਿਆ 110 ਰੁਪਏ। ਹੁਣ ਤੁਹਾਨੂੰ ਸਮਝ ਆ ਗਈ ਨਾ, ਆ ਤੇ ਆ ਸੇਮ ਆ ਗਿਆ। ਇਹ 2 ਸਟੈਪ ਕੀਤੇ, ਇਹ ਮੈਂ ਇਕੱਠਾ ਸਟੈਪ ਕਰ ਦਿੱਤਾ ਇੱਥੇ, ਬਸ ਹੋਰ ਕੋਈ ਫਰਕ ਨਹੀਂ ਹੈ। 110 ਰੁਪਏ ਆ ਗਿਆ। ਹੁਣ ਕਿੰਨਾ ਮੁੱਲ ਬੇਟੇ ਘਟਾ ਦਿੱਤਾ ਉਹਨੇ, 10%। ਚਲੋ ਆਪਾਂ ਹਜੇ ਇਹਨੂੰ ਫਿਲਹਾਲ ਇਸ ਮੈਥਡ ਨਹੀਂ ਕਰਦੇ ਹਾਂ ਕਿਵੇਂ ਅਲੱਗ, ਇਹਦਾ ਹੁਣ ਫਿਰ 10%। ਕਮੀ ਕਿੰਨੀ ਕਰ ਦਿੱਤੀ ਹੈ ਉਸਨੇ, ਕਮੀ प्रतिशत कितनी है 10%। तो कितनी कमी आ जाएगी बेटा 110 ਦਾ 10%। ठीक है बेटे, कितना आ गया ਤੁਹਾਡੇ ਕੋਲ 11 ਰੁਪਏ ਕਮੀ ਹੋ ਗਈ। ਤਾਂ ਹੁਣ ਮੁੱਲ ਕਿੰਨਾ ਆ ਗਿਆ ਬੇਟੇ ਉਸਦਾ, ਵਸਤੂ ਦਾ ਮੁੱਲ ਹੁਣ ਕਿੰਨਾ ਹੋ ਗਿਆ 110 ਰੁਪਏ ਪਹਿਲਾਂ ਸੀ, ਹੁਣ 11 ਰੁਪਏ ਮਾਈਨਸ ਹੋ ਗਏ। ਤਾਂ ਕਿੰਨਾ ਆ ਗਿਆ ਬੇਟੇ ਮੁੱਲ ਤੁਹਾਡੇ ਕੋਲ 99 ਰੁਪਏ। ਹੁਣ ਤੁਸੀਂ ਦੇਖ ਰਹੇ ਹੋ ਨਾ ਕੀ ਸੀ ਆਪਣੇ ਕੋਲ, ਆਪਾਂ ਨੂੰ ਲੱਗ ਰਿਹਾ ਸੀ ਵੀ ਜੇ 10% ਵਧਾਤਾ 10 ਹੀ ਘਟਾਤਾ ਤਾਂ ਉਨਾ ਹੀ ਹੋ ਜੂ ਮੁੱਲ, ਪਰ ਨਹੀਂ, ਕਿਉਂਕਿ ਜਦੋਂ 10% ਵਧਾਇਆ ਤਾਂ ਉਹਦਾ ਮੁੱਲ ਕਿੰਨਾ ਹੋ ਗਿਆ ਬੇਟਾ 110। ਫਿਰ ਉਹਨੇ 10% ਜਦੋਂ ਘਟਾਇਆ ਤਾਂ ਅਸੀਂ 10% ਕਿਹਦਾ ਕੱਢਣਾ ਹੈ 110 ਦਾ। ਜਦੋਂ ਆਪਾਂ 110 ਦਾ 10% ਕੱਢਾਂਗੇ ਤਾਂ ਉਹ 100 ਦੇ 10% ਨਾਲੋਂ ਜ਼ਿਆਦਾ ਹੋਏਗਾ। ਇਸ ਕਰਕੇ ਜਿਹੜੀ ਮੁੱਲ ਦੀ ਪਹਿਲਾ ਮੁੱਲ 100 ਸੀ, ਹੁਣ ਉਸ ਵਸਤੂ ਦਾ ਮੁੱਲ ਕਿੰਨਾ ਰਹਿ ਜਾਏਗਾ ਬੇਟੇ 99। ਸਮਝ ਆ ਗਈ ਬੱਚਿਓ ਗੱਲ। ਉਸੇ ਤਰ੍ਹਾਂ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਵੀ ਇੱਕ ਵਾਰੀ ਦੱਸਣਾ ਚਾਹਾਂਗੀ ਕਿ ਜਦੋਂ ਅਸੀਂ ਨਵਾਂ ਮੁੱਲ ਕੱਢਣਾ ਹੈ ਬੇਟੇ ਇੱਥੇ ਵੀ ਤੁਸੀਂ ਇਹ ਚੀਜ਼ ਦੇਖਣੀ ਹੈ ਕਿ ਹੁਣ ਕਿੰਨਾ ਹੈ 10% ਘਟਿਆ। 10% ਘਟੇ ਦਾ ਮਤਲਬ ਕੀ ਹੈ 100 ਚੋਂ ਤੁਸੀਂ 10 ਘਟਾ ਦਿਓ, ਕਿੰਨਾ ਹੋਇਆ 90% ਰਹਿ ਗਿਆ। ਤਾਂ ਤੁਸੀਂ ਡਾਇਰੈਕਟ ਵੀ ਕੱਢ ਸਕਦੇ ਹੋ ਕਿ 110 ਦਾ 90%, यानी कि 110 गुना 90 बटा 100। ਤਾਂ ਇਹ ਬੇਟੇ ਤੁਹਾਡੇ ਕੋਲ ਇੱਥੇ ਡਾਇਰੈਕਟ 99 ਰੁਪਏ ਵੀ ਹੈ। ਇਹ ਚੀਜ਼ ਹੈ ਨਾ ਬੇਟੇ ਜਿਹੜੀ ਇਹ ਸਮਝਣੀ ਬੜੀ ਇੰਪੋਰਟੈਂਟ ਹੈ। ਫਿਰ ਤੁਹਾਡੇ ਜਿਹੜੇ ਤੁਹਾਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਐਕਚੁਅਲੀ ਉਹ ਕਹਿ ਕੀ ਰਿਹਾ। ਹੁਣ ਦੇਖੋ ਮੰਨ ਲਓ ਤੁਸੀਂ ਤੁਹਾਡੇ ਜੋ ਕੋਈ ਬੱਚਾ ਬੜਾ ਹੋ ਕੇ ਬਿਜ਼ਨਸ ਹੀ ਕਰਨਾ ਚਾਹੁੰਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਮੈਂ ਕੀ ਕਰਾਂ ਕਿ ਮੈਂ ਇਸ ਤਰ੍ਹਾਂ ਕਰਦਾ ਹਾਂ ਜਿੰਨੀ ਦੀ ਚੀਜ਼ ਖਰੀਦੀ ਉਸ ਤੋਂ 10% ਮੈਂ ਵਧਾ ਕੇ ਮੁੱਲ ਲਾ ਦਿੰਦਾ, ਅੰਕਿਤ ਮੁੱਲ, ਫਿਰ ਉਹਨੂੰ 10% ਛੋਟ ਦੇ ਦੂੰਗਾ। ਤਾਂ ਫਿਰ ਉਸ ਬੱਚੇ ਨੂੰ ਤਾਂ ਕੀ ਹੋ ਜਾਊਗਾ, ਲਾਸ ਹੋ ਜਾਏਗਾ। ਤਾਂ ਇਹ ਗੱਲਾਂ ਬੇਟੇ ਆਪਾਂ ਨੂੰ ਅੱਛੀ ਤਰ੍ਹਾਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਹਨ। ਹੁਣ ਬੇਟੇ ਥੋੜਾ ਜਿਹਾ ਮੈਂ ਇਸ ਗੱਲ ਨੂੰ ਧਿਆਨ ਨਾਲ ਤੁਸੀਂ ਦੱਸਣਾ ਮੈਨੂੰ ਕਿ ਜਿਵੇਂ ਆਪਾਂ ਇਹੀ ਗੱਲ ਕਰਦੇ ਹਾਂ ਕਿ ਮੰਨ ਲਓ ਕਿਸੇ ਵਸਤੂ ਦੇ ਮੁੱਲ ਵਿੱਚ 15% ਵਾਧਾ ਹੋਇਆ। ਮੈਂ ਇੱਕ ਸਟੇਟਮੈਂਟ ਲਿਖੀ ਹੈ ਤੁਹਾਡੇ ਅੱਗੇ, ਕਿਸੇ ਵਸਤੂ ਦੇ ਮੁੱਲ ਵਿੱਚ 15% ਕੀ ਹੋਇਆ ਹੈ, ਵਾਧਾ ਹੋਇਆ ਹੈ। ਤਾਂ ਹੁਣ ਮੈਨੂੰ ਤੁਸੀਂ ਦੱਸ ਸਕਦੇ ਹੋ, ਆਪਾਂ ਮੰਨ ਲੈਂਦੇ ਹਾਂ ਹੁਣ ਉਸ ਦਾ ਮੁੱਲ ਕਿੰਨਾ ਹੈ, ਹੁਣ ਵਸਤੂ ਦਾ ਮੁੱਲ ਜਾਂ ਪ੍ਰੈਜ਼ੈਂਟ ਮੁੱਲ ਕਿੰਨਾ ਹੈ, ਮੰਨ ਲਓ ਅਸੀਂ ਮੰਨ ਲੈਂਦੇ x ਰੁਪਏ ਹੈ। ਠੀਕ ਹੈ ਬੱਚਿਓ, ਤਾਂ ਵਾਧੇ ਤੋਂ ਬਾਅਦ ਮੁੱਲ ਕਿੰਨਾ ਹੋਵੇਗਾ। ਹੁਣ ਇਹ ਗੱਲ ਬੇਟਾ ਆਪਾਂ ਸਿੱਖਣੀ ਹੈ। ਜੇ ਤੁਹਾਨੂੰ ਇਹ ਗੱਲ ਸਮਝ ਆ ਜਾਂਦੀ ਹੈ ਤੁਹਾਡੇ ਸਵਾਲ ਤੁਸੀਂ ਬੜੀ ਫਟਾਫਟ ਕੈਲਕੂਲੇਸ਼ਨਸ ਕਰ ਸਕਦੇ ਹੋ। ਦੇਖੋ ਬੇਟੇ ਜਦੋਂ 15% ਵਾਧਾ ਹੋਇਆ, ਪ੍ਰਤੀਸ਼ਤ ਦਾ ਮਤਲਬ 100 ਤੇ ਜੇ ਮੰਨ ਲਓ ਦੀ ਕੀਮਤ 100 ਰੁਪਏ ਸੀ ਤਾਂ ਹੁਣ ਕਿੰਨੀ ਹੋ ਜਾਏਗੀ, ਇਹ ਤਾਂ ਤੁਹਾਨੂੰ ਪਤਾ ਹੈ 115। 100 ਹੈ ਤੇ ਵਾਧੇ ਤੋਂ ਬਾਅਦ ਕਿੰਨੀ ਹੋ ਜਾਏਗੀ 115। ਤਾਂ ਤੁਸੀਂ ਡਾਇਰੈਕਟ ਕੱਢੋ x ਦਾ 115%। ਤੁਹਾਡਾ ਸਵਾਲ ਸੋਲਵ ਹੋ ਗਿਆ। ਕਲੀਅਰ ਹੋ ਗਿਆ ਬੇਟੇ। ਹੁਣ ਉਸੇ ਤਰ੍ਹਾਂ ਮੰਨ ਲਓ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਮੁੱਲ ਵਿੱਚ 25% ਕਮੀ ਆ ਗਈ ਹੈ, ਤੇ ਆਪਾਂ ਮੰਨ ਲੈਂਦੇ ਹਾਂ ਮੁੱਲ ਉਹੀ ਹੈ x। ਠੀਕ ਹੈ, ਤਾਂ ਕਮੀ ਤੋਂ ਬਾਅਦ ਮੁੱਲ ਕੀ ਹੋਊਗਾ, ਹੁਣ ਤੁਸੀਂ ਬੋਲੋਗੇ ਕਮੀ ਤੋਂ ਬਾਅਦ। ਹਾਂ ਬੇਟੇ ਕਿੰਨਾ ਹੋਏਗਾ ਮੁੱਲ x ਦਾ, ਕਿੰਨੇ 25% ਕਮੀ ਆਉਣ ਤੋਂ ਬਾਅਦ ਆਪਾਂ ਮੰਨਣਾ ਪ੍ਰਤੀਸ਼ਤ ਦਾ ਮਤਲਬ 100 ਚੋਂ ਜਦੋਂ 25% ਕਮੀ ਆ ਗਈ ਤਾਂ ਕਿੰਨਾ ਮੁੱਲ ਰਹਿ ਗਿਆ, 100 ਚੋਂ 25 ਮਾਈਨਸ ਕਰ ਦਿਓ ਬੇਟਾ ਸਿੱਧੇ 75। ਤਾਂ x ਦਾ ਕਿੰਨਾ ਰਹਿ ਗਿਆ ਬੇਟਾ 75%। ਕਲੀਅਰ ਹੋ ਗਿਆ ਬੇਟੇ। ਉਸੇ ਤਰ੍ਹਾਂ ਮੰਨ ਲਓ ਮੈਂ ਕੋਈ ਵਸਤੂ ਖਰੀਦੀ, ਠੀਕ ਹੈ ਜੀ, ਤੇ ਉਸ ਤੇ ਮੈਂ 20% ਲਾਭ ਲਿਆ। ਠੀਕ ਹੈ ਜੀ, ਵਸਤੂ ਤੇ 20% ਮੈਂ ਕੀ ਲਿਆ, ਲਾਭ। ਤੇ ਮੰਨ ਲਓ ਖਰੀਦ ਮੁੱਲ ਆਪਾਂ x ਹੀ ਲਿਖ ਲੈਂਦੇ ਆ, ਉਹ ਕੁਝ ਵੀ ਹੋ ਸਕਦਾ ਹੈ। ਮੰਨ ਲਓ ਖਰੀਦ ਮੁੱਲ ਕਿੰਨਾ ਹੈ x, ਲਾਭ ਮੈਂ ਕਿੰਨਾ ਲਿਆ ਬੱਚਿਓ 20%। ਤਾਂ ਮੈਨੂੰ ਦੱਸ ਸਕਦੇ ਹੋ ਬੱਚਿਓ ਵੇਚ ਮੁੱਲ ਕਿੰਨਾ ਹੋਊਗਾ ਉਸਦਾ, ਸੋਚੋ ਆਪਣੇ ਆਪ। ਮੈਂ ਤੁਹਾਨੂੰ ਪਹਿਲਾਂ ਜੋ ਮੈਥਡ ਦੱਸਿਆ ਉਵੇਂ ਚੱਲਣਾ ਹੈ। 20% ਦਾ ਮਤਲਬ 100 ਦੇ ਪਿੱਛੇ
जे 20% लाभ है तो चीज़ 100 रुपए की सी तो बेटे उन्हें किन्ने दी बेची होगी 120 रुपए की। बिल्कुल वही रूल तुसी इत्थे लगा देना है। वेच मुल यानी एक्स का कितना हो जाएगा बेटा 120%। सिंपल, एक्स का 120%। ਉਹੀ ਮੰਨ ਲਓ ਤੁਹਾਡੇ ਕੋਲ 15% ਹਾਨੀ ਹੋਈ ਹੋਵੇ बेटे, फिर ਤੁਹਾਡੇ ਕੋਲ ਕਿੰਨਾ ਆ ਜਾਊਗਾ ਵੇਚ ਮੁੱਲ। ਹਾਂਜੀ बेटा ਕਿੰਨਾ ਆ ਜਾਏਗਾ ਵੇਚ ਮੁੱਲ ਤੁਹਾਡੇ ਕੋਲ x ਦਾ 15%, 100 ਚੋਂ 15 ਘਟਾਏ बेटा 85%। ਇਹ ਗੱਲਾਂ बेटा ਜੇ ਆਪਾਂ ਨੂੰ ਕਲੀਅਰ ਹੋ ਜਾਣਗੀਆਂ ਤਾਂ ਆਪਣੇ ਸਵਾਲ ਬੜੇ ਸੌਖੇ। ਉਸੇ ਤਰ੍ਹਾਂ ਮੰਨ ਲਓ ਹੁਣ ਜਿਵੇਂ ਮੈਂ ਤੁਹਾਨੂੰ ਅੱਜ ਸਵੇਰ ਇਹ ਪਹਿਲਾਂ ਆਪਾਂ ਸ਼ੁਰੂ ਚ ਇੱਕ ਐਗਜ਼ਾਮਪਲ ਲਈ ਸੀ GST ਵਾਲੀ। ਤੁਹਾਨੂੰ ਦੁਕਾਨਦਾਰ ਕਹਿੰਦਾ ਹੈ ਵੀ ਜਿੰਨਾ ਵੀ ਤੁਸੀਂ ਸਮਾਨ ਮੰਨ ਲਓ ਤੁਸੀਂ 200 ਰੁਪਏ ਦਾ ਸਮਾਨ ਖਰੀਦ ਲਿਆ ਟੋਟਲ, ठीक है बच्चों, तो दुकानदार कहता है कि जो GST है इस ते 5% लगना है। ठीक है बेटा, तो हुण इहदा मतलब जे तुसी 100 रुपए का समान खरीदिया हुंदा तो कितना GST लग के कितना हो जाना सी 5% जी 105। तो सीधा तुसी लगाओगे कि 200 का 105%। ठीक है बच्चों, तो ये देखो तुसी कितना हो जाएगा 210 रुपए। तो ये गल है बेटा जे आपां नूं उस तरह मान लो तुसी बाजार गए, तुहानूं शूज़ बड़े पसंद आ गए, मान लो उन्हां ते लिखिया जी इन्हां दे 500 रुपए के शूज़ ने ते उहदे ते सेल डिस्काउंट दे रहा है 25%। तो तुसी सीधा की करना है, किवें वैल्यू कड्डोगे तुसी उहदा डिस्काउंट, उहदा वैल्यू किवें निकलूगी तुहाडी 500 का किन्ने % करोगे, शाबाश सीधा किवें करोगे 100 चों 25 माइनस करो 75%, सीधी तुहाडे कोल वैल्यू आ जानी है। ठीक है बच्चों, ये मैं तुहानूं तां दस रही हाँ बेटा कि इस तरह के जिहड़े क्वेश्चन है ना सिर्फ 8वीं लई, ये बेटे क्वेश्चन तुसी किसी भी क्लास च चले जाओगे ना, हुणे पहलां तुहाडा NMMS का पेपर आना बेटे उहदे चों इह च क्वेश्चन आने हैं, फिर तुसी 10th च जाना है NTSC का उहदे च इहदे च क्वेश्चन आने हैं, उस तो बाद तुसी बैंकिंग दे लो, कोई मर्जी हायर लैवल का पेपर दे लो, हरेक दे विच बेटा जिहड़ा परसेंटेज है ना ये आंदा ही आंदा है। इट इज़ सो इंपॉर्टेंट। इस करके इस कॉन्सैप्ट नूं बेटा समझना बहुत ही जरूरी है। हुण एक बेटा होर क्वेश्चन है, हुण तुसी सोच के आंसर देना है कि स्कूल मेले लई मैं एक खुशकिस्मत डिप कूपन का स्टॉल लगान जा रही हूँ। हुण ये तो इन्नी कन्फ्यूजन, लक्की ड्रॉ वाले तुसी कदे देखिया होना, कोई आपां फेयर च जाने लक्की ड्रॉ वाला हुंदा ना भी तुसी उहदे विच या तां कोई पर्ची चक्को या हुंदा भी तुसी ओह रिंग जा दे दिंदे आ तुहानूं, तुसी रिंग मारो, जिहड़ी चीज़ ते रिंग तुहाडा आ जाऊगा वो चीज़ तुहानूं दे देणगे। इस तरह के आपां बड़े देखे ना, इस तरह के मेलिਆਂ च हुंदा। तो यही लक्की ड्रू वाला वो लड़की कह रही है कि एक खुशकिस्मत डिप लई मैं 10 रुपए वसूल करांगी, भी जेड़ा भी स्टाल ते आऊगा 10 रुपए दे के उहदे चों एक पर्ची कड्डेगा। ठीक है बेटे, पर्ची ते जो लिखिया आपां नूं मिल जाएगा। पर उसने की किया है, पर मैं देन लई इस तरह दी वस्तुआं खरीदांगी जिन्हां दी कीमत 5 रुपए है। हुण देखो स्टॉल ते जिहड़ा बच्चा आ रहा है उसनूं एक पर्ची चक्कण लई पहलां वो किन्ने पैसे लै रही है 10 रुपए। वो पर्चियां ते कुछ ना कुछ लिखिया होया, मान लो एक पर्ची खोली उस ते पेन लिखिया होया सी, एक पर्ची खोली उस ते रबड़ बैंड लिखिया होया सी, एक पर्ची खोली उहदे ते मान लो स्कैच लिखिया होया सी। पर उसने की किया भी वो जिहड़ियां भी चीज़ां लिखियां सी वो 5-5 रुपए दियां सी, पर वो लै किन्ने पैसे रही है बेटा 10 रुपए, दे किन्नी दी चीज़ रही है 5 रुपए की। तो हुण दसो उहनूं किन्ना लाभ होएगा, सोचो लाभ प्रतिशत उहदा किन्ना होएगा। देखो बेटे शाबाश, वो कीमत उसकी किन्नी कीमत उस लै रही है वो 10 रुपए, पर एक्चुअली कीमत किन्नी है उसकी 5 रुपए। तो लाभ किन्ना हो रहा है उसनों, लाभ किन्ना हो रहा है 10 माइनस 5, 5 रुपए का लाभ हो रहा है। तो लाभ प्रतिशत किन्ना हो जाएगा 5, पर किन्ने ते लाभ हो रहा है, उसने तो 5 रुपए खर्च हो किए ने, 5 रुपए ते हो रहा है। लो बेटे तो उन्होंने 100% जिहड़ा लाभ कमा रही है। ठीक है बच्चों, ये गल्लां आपां नूं पता लगनियां चाहिदियां हन, समझ आनियां चाहिदियां हन कि उन्हें पुछया की है, किवें उसने आपां जिहड़ा है उस प्रश्न नूं सॉल्व करना है। ते हुण बेटे आपां इस तो अगले प्रश्न ते चलदे हां। हाँ जी, सलीम बॉट एन आर्टिकल फॉर ₹784 विच इंक्लूडेड GST of 12%. What is the price of article before GST was added? देखो बेटे ध्यान नाल समझो कि सलीम ने कोई एक वस्तु 784 रुपए की खरीदी, ਉਹਦੇ ਵਿੱਚ 12% बेटे की लग्या होया सी GST। what is the price of article before GST was added? जिवें आपां हुण भी GST ऐड होण तो पहलां जोड़न तो पहलां उस वस्तु का मुੱਲ किन्ना सी,
ਇਹ ਜਿਵੇਂ ਆਪਾਂ ਹੁਣੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਦੱਸੀ ਸੀ ਵੀ ਤੁਸੀਂ ਬਾਜ਼ਾਰ ਗਏ 200 ਰੁਪਏ ਦੀ ਚੀਜ਼ ਖਰੀਦੀ, 5% ਉਹਦੇ ਤੇ ਕੀ ਲੱਗਿਆ GST, ਤਾਂ ਆਪਾਂ ਉਹਦਾ ਮੁੱਲ ਕੱਢਿਆ ਸੀ, ਕਿੰਨਾ ਆ ਗਿਆ ਸੀ 210 ਰੁਪਏ। ਬਿਲਕੁਲ ਉਹੀ ਜਿਹਾ ਕੁਐਸਚਨ ਹੈ। ਹੁਣ ਧਿਆਨ ਨਾਲ ਆਪਾਂ ਦੇਖਣਾ ਬੇਟੇ ਕਿ ਜਿਹੜੀ ਚੀਜ਼ what is the price of article before GST was added, ਆਪਾਂ ਮੰਨ ਲੈਂਦੇ ਹਾਂ let the price before GST, ਉਹਨੂੰ ਆਪਾਂ ਮੰਨ ਲੈਂਦੇ ਹਾਂ ਬੇਟੇ X ਰੁਪੀਸ। ਠੀਕ ਹੈ ਬੱਚਿਓ, ਹੁਣ GST ਦੀ ਰੇਟ ਆਫ ਪਰਸੈਂਟ ਕਿੰਨੀ ਹੈ 12%। ਠੀਕ ਹੈ ਬੇਟੇ, ਹੁਣ ਤੁਸੀਂ ਬੜੇ ਧਿਆਨ ਨਾਲ ਦੇਖਣਾ ਹੈ, ਜੇ 100 ਰੁਪਏ ਹੁੰਦੇ 100 ਰੁਪਏ ਦੀ ਚੀਜ਼ ਹੁੰਦੀ ਤਾਂ 12% ਜੇ GST ਲੱਗਦਾ ਤਾਂ ਕਿੰਨਾ ਹੋ ਜਾਣਾ ਸੀ ਬੇਟੇ ਉਹਦਾ ਮੁੱਲ 112। ਤੇ ਹੁਣ ਅਸੀਂ ਕਿਸ ਦਾ 112 ਕਰਾਂਗੇ X ਦਾ। ਬਿਲਕੁਲ ਸਿੰਪਲ। ਤਾਂ ਇਹਦਾ ਮਤਲਬ X ਦਾ 112% ਕਿੰਨਾ ਹੈ ਬੇਟਾ 784 ਰੁਪਏ। ਇੱਥੇ ਤੁਸੀਂ ਅਕੋਰਡਿੰਗ ਟੂ ਕੁਐਸਚਨ ਵੀ ਲਿਖ ਸਕਦੇ ਹੋ, ਪ੍ਰਸ਼ਨ ਦੇ ਅਨੁਸਾਰ ਵੀ ਲਿਖ ਸਕਦੇ ਹੋ। ਵੀ ਪ੍ਰਸ਼ਨ ਦੇ ਵਿੱਚ ਸਾਨੂੰ ਇਹ ਗੱਲ ਕਹੀ ਗਈ ਹੈ ਵੀ ਇਸ ਦਾ ਜਿਹੜਾ 112% ਹੈ ਉਹ ਕਿੰਨਾ ਹੈ 784। ਤਾਂ ਇਹ ਬੇਟਾ ਕਿੰਨਾ ਆ ਗਿਆ X ਗੁਣਾ 112 ਵਟਾ 100 ਬਰਾਬਰ ਹੈ 784। ਤਾਂ X ਤੁਹਾਡੇ ਕੋਲ ਕਿੰਨਾ ਆ ਗਿਆ 784 ਗੁਣਾ 100। ਇਹ ਤੁਹਾਨੂੰ ਪਤਾ ਹੀ ਹੈ ਬੇਟਾ, ਸਮੀਕਰਨਾਂ ਹੱਲ ਕਰਨੀਆਂ ਤੁਹਾਨੂੰ ਆਉਂਦੀਆਂ ਹੀ ਹਨ। ਇਹ 7 ਤੇ ਬੇਟਾ ਕੱਟਿਆ ਜਾਏਗਾ 700 ਰੁਪਏ। ਹੁਣ ਦੇਖੋ ਬੇਟੇ ਇਸ ਕੁਐਸਚਨ ਦੇ ਵਿੱਚ ਕੁਝ ਵੀ ਔਖਾ ਨਹੀਂ ਹੈ, ਸਿਰਫ ਇੱਕ ਗੱਲ ਤੁਹਾਨੂੰ ਸਮਝ ਆਣੀ ਬਹੁਤ ਇੰਪੋਰਟੈਂਟ, ਇਸ ਕਰਕੇ ਮੈਂ ਤੁਹਾਨੂੰ ਦੁਬਾਰਾ ਵੀ ਦੱਸਣਾ ਚਾਹਾਂਗੀ। ਬਹੁਤ ਬੱਚਿਆਂ ਨੂੰ ਸਮਝ ਵੀ ਆ ਗਈ ਹੋਣੀ ਹੈ, ਪਰ ਇੱਕ ਵਾਰ ਫੇਰ ਇਸ ਗੱਲ ਨੂੰ ਆਪਾਂ ਸੁਣੀਏ ਧਿਆਨ ਨਾਲ। ਅਸੀਂ ਦੇਖਣਾ ਹੈ ਕਿ ਸਾਨੂੰ ਗਿਵਨ ਕੀ ਹੈ। ਉਹਨੇ ਕਿਹਾ ਕਿ ਸਲੀਮ ਨੇ 784 ਰੁਪਏ ਦੀ ਇੱਕ ਵਸਤੂ ਖਰੀਦੀ ਜਿਸ ਵਿੱਚ 12% GST ਲੱਗਿਆ ਹੋਇਆ ਸੀ। ਵਾਟ ਇਜ਼ ਦਾ ਪ੍ਰਾਈਸ ਆਫ ਆਰਟੀਕਲ ਬਿਫੋਰ GST, GST ਐਡ ਹੋਣ ਤੋਂ ਪਹਿਲਾਂ ਉਹਦਾ ਪ੍ਰਾਈਸ ਹੈ ਜਿਹੜਾ ਉਹ ਕਿੰਨਾ ਸੀ ਬੇਟੇ। ਇਹਦੇ ਵਿੱਚ ਆਪਾਂ ਧਿਆਨ ਰੱਖਣਾ ਹੈ ਕਿ ਕੱਢਣਾ ਕੀ ਸੀ GST ਤੋਂ ਪਹਿਲਾਂ ਦਾ ਪ੍ਰਾਈਸ, ਉਹ ਅਸੀਂ ਮੰਨ ਲਿਆ X ਹੈ। GST ਦੀ ਦਰ ਕਿੰਨੀ ਸੀ 12%। ਤਾਂ ਇਹਦਾ ਮਤਲਬ ਹੁਣ ਆਪਾਂ ਇੱਥੇ ਦਿਮਾਗ ਲਗਾਉਣਾ ਹੈ 12% ਕਿਸ ਤੇ ਹੈ 100 ਤੇ। 100 ਦੇ ਵਿੱਚ ਜਦੋਂ ਅਸੀਂ 12 ਐਡ ਕੀਤਾ ਤਾਂ ਕਿੰਨਾ ਆ ਗਿਆ ਬੇਟਾ 112%। ਤਾਂ X ਦਾ 112% ਇਜ਼ ਇਕੁਅਲ ਟੂ 784। ਇੱਥੋਂ ਬੇਟਾ ਸੀ ਬਸ ਦਿਸ ਇਜ਼ ਦ ਇੰਪੋਰਟੈਂਟ ਥਿੰਗ। ਜੇ ਤੁਹਾਨੂੰ ਸਮਝ ਆ ਜਾਂਦੀ ਹੈ ਕੁਐਸਚਨ, ਮੈਨੂੰ ਪਤਾ ਬਹੁਤ ਬੱਚੇ ਆਰਾਮ ਨਾਲ ਕੈਲਕੂਲੇਸ਼ਨਸ ਕਰ ਲੈਂਦੇ ਨੇ, ਬਟ ਇਹੀ ਇੱਕ ਚੀਜ਼ ਹੈ ਤੁਹਾਨੂੰ ਸਮਝ ਆਣੀ ਜਿਹੜੀ ਜ਼ਰੂਰੀ ਹੈ। ਆਪਾਂ ਇੱਕ ਕੁਐਸਚਨ ਬੇਟੇ ਹੋਰ ਕਰਦੇ ਹਾਂ। ਇੱਕ ਵਸਤੂ ਦਾ ਖਰੀਦ ਮੁੱਲ 15,550 ਰੁਪਏ ਸੀ। ਇਸ ਦੀ ਮੁਰੰਮਤ ਤੇ 450 ਰੁਪਏ ਖਰਚ ਕੀਤੇ ਗਏ। ਧਿਆਨ ਨਾਲ ਪੜ੍ਹਨੀ ਹੈ ਸਾਰੀ ਸਟੇਟਮੈਂਟ। ਖਰੀਦ ਮੁੱਲ ਇੰਨਾ ਸੀ 400। ਇੱਕ ਨਾ ਬੇਟਾ ਤੁਹਾਨੂੰ ਮੈਂ ਬਾਰ-ਬਾਰ ਇਹ ਗੱਲ ਪਹਿਲਾਂ ਵੀ ਦੱਸੀ ਹੈ ਲੈਕਚਰਸ ਦੇ ਵਿੱਚ ਕਿ ਜਦੋਂ ਤੁਸੀਂ ਸਟੇਟਮੈਂਟ ਪੜ੍ਹਦੇ ਹੋ ਉਹਨੂੰ ਤੁਸੀਂ ਅੰਡਰਲਾਈਨ ਕਰੋ ਜੋ ਚੀਜ਼ਾਂ ਨੇ। ਉਹਦੇ ਅੱਗੇ ਕੀ ਹੈ, ਖਰੀਦ ਮੁੱਲ ਹੈ ਇੰਨਾ ਹੈ, ਮੁਰੰਮਤ ਤੇ 450 ਰੁਪਏ ਹਨ। ਫਿਰ ਇਸ ਨੂੰ 15% ਕੀ ਹੈ ਲਾਭ ਤੇ ਵੇਚਿਆ ਗਿਆ, ਤਾਂ ਇਸ ਦਾ ਵੇਚ ਮੁੱਲ ਪਤਾ ਕਰੋ। ਤਾਂ ਸਭ ਤੋਂ ਪਹਿਲਾਂ ਬੇਟਾ ਅਸੀਂ ਕੀ ਲਿਖਦੇ ਹਾਂ, ਵਸਤੂ ਦਾ ਕੀ ਹੈ ਖਰੀਦ ਮੁੱਲ ਕਿੰਨਾ ਹੈ ਬੱਚਿਓ। ਖਰੀਦ ਮੁੱਲ 15,550 ਰੁਪਏ। ਹੁਣ ਇੱਕ ਗੱਲ ਧਿਆਨ, ਜਦੋਂ ਅਸੀਂ ਕੋਈ ਚੀਜ਼ ਖਰੀਦੀ ਤੇ ਉਸ ਦੀ ਕੋਈ ਰਿਪੇਅਰ ਕਰਾਈ ਤਾਂ ਉਹ ਵੀ ਬੇਟੇ ਆਪਣਾ ਹੀ ਖਰਚਾ ਹੋਇਆ ਨਾ, ਤਾਂ ਹਮੇਸ਼ਾ ਇਸ ਨੂੰ ਖਰੀਦ ਮੁੱਲ ਦੇ ਵਿੱਚ ਐਡ ਕਰਨਾ ਹੈ। ਕਈ ਬੱਚੇ ਥੋੜੀ ਇਸ ਗੱਲ 'ਚ ਕਨਫਿਊਜ਼ਨ ਸਮਝਦੇ ਆ। ਵੈਸੇ ਸਮਝੋ ਆਪਾਂ ਕੋਈ ਚੀਜ਼ ਲੈ ਕੇ ਉਸ ਨੂੰ ਠੀਕ ਕਰਾਇਆ ਤਾਂ ਉਹ ਤੁਹਾਡੇ ਹੀ ਪੈਸੇ ਲੱਗੇ, ਤਾਂ ਦੈਟ ਜਿਹੜਾ ਉਹ ਵਾਲਾ ਖਰਚਾ ਐਕਸਪੈਂਡੀਚਰ ਵਿਲ ਆਲਸੋ ਬੀ ਐਡਡ ਇਨ ਦਾ ਕਾਸਟ ਪ੍ਰਾਈਸ। ਮੁਰੰਮਤ ਤੇ ਬੇਟੇ ਕਿੰਨਾ ਖਰਚ ਹੋਇਆ 450 ਰੁਪਏ। ਤਾਂ ਇਹਦਾ ਮਤਲਬ ਬੇਟੇ ਹੁਣ ਸਾਡਾ ਕੁੱਲ ਖਰੀਦ ਮੁੱਲ ਸਾਨੂੰ ਕਿੰਨਾ ਪੈ ਗਿਆ, ਉਹ ਵਸਤੂ ਸਾਨੂੰ ਕੁੱਲ ਕਿੰਨੇ ਦੀ ਪੈ ਗਈ, ਹਾਂਜੀ 16,000 ਰੁਪਏ ਦੀ ਬੇਟਾ ਸਾਨੂੰ ਵਸਤੂ ਪੈ ਗਈ। ਹੁਣ ਉਸਨੇ ਅੱਗੇ ਕੀ ਕੀਤਾ ਹੈ, ਉਸ ਵਸਤੂ ਨੂੰ ਕਿੰਨੇ ਪ੍ਰਤੀਸ਼ਤ ਲਾਭ ਤੇ ਵੇਚਦਾ ਹੈ 15%। ਇਹ ਚੀਜ਼ ਬੇਟੇ ਹੁਣ ਤੁਸੀਂ ਬੋਲੋਗੇ ਲਾਭ ਕਿੰਨਾ ਹੈ 15%। ਪ੍ਰਤੀਸ਼ਤ ਦਾ ਅਰਥ ਕਿੰਨਾ ਬੇਟਾ, ਕਿੰਨੇ ਤੇ 100 ਤੇ। ਜੇ ਉਹ ਵਸਤੂ 100 ਦੀ ਹੁੰਦੀ ਤੇ 15% ਲਾਭ ਲੈਂਦਾ ਤਾਂ ਕਿੰਨੇ ਦੀ ਵਸਤੂ ਹੋਣੀ ਸੀ ਬੇਟਾ 115 ਦੀ। ਤਾਂ ਬਿਲਕੁਲ ਸਿੱਧਾ ਡਾਇਰੈਕਟ ਤੁਸੀਂ ਖਰੀਦ ਮੁੱਲ ਦਾ ਕੀ ਕੱਢ ਲਓਗੇ 115%। ਵੇਚ ਮੁੱਲ ਬੇਟੇ ਕਿੰਨਾ ਹੋਏਗਾ 16,000 ਖਰੀਦ ਮੁੱਲ ਹੈ, 16,000 ਦਾ 115%। ਸਮਝ ਆ ਗਿਆ ਬੱਚਿਓ। ਆ ਚੀਜ਼ ਤੁਹਾਨੂੰ ਫੇਰ ਮੈਂ ਦੁਬਾਰਾ ਇਹ ਦੱਸ ਦਿੰਨੀ ਹੈ। 15% ਲਾਭ ਹੈ, 100 ਤੇ ਜੇ 15 ਲਾਭ ਹੈ ਤਾਂ 115 ਹੋ ਗਿਆ ਬੇਟੇ। ਤਾਂ 16,000 ਗੁਣਾ 115 ਵਟਾ 100 ਤੁਸੀਂ ਇਸ ਨੂੰ ਸੋਲਵ ਕਰ ਸਕਦੇ ਹੋ ਬੇਟਾ। ਤਾਂ ਇਹ ਤੁਹਾਡੇ ਕੋਲ ਜਿਹੜਾ ਇਸ ਦਾ ਆਨਸਰ 18,400 ਰੁਪਏ ਹੈ, ਜਿਹੜਾ ਤੁਹਾਡੇ ਕੋਲ ਇਸ ਦਾ ਸੋਲੂਸ਼ਨ ਆ ਜਾਏ। ਤੇ ਇਸ ਤਰ੍ਹਾਂ ਹੀ ਬੇਟੇ
ਆਪਾਂ ਹੁਣ ਅਗਲੀ ਜਿਹੜੀ ਇੱਕ ਬੜੀ ਇੰਪੋਰਟੈਂਟ ਚੀਜ਼ ਜੋ ਪਰਸੈਂਟੇਜ ਨਾਲ ਜੁੜੀ ਹੋਈ ਹੈ ਤੇ ਸਾਡੀ ਰੂਟੀਨ ਲਾਈਫ ਨਾਲ ਵੀ ਬਹੁਤ ਜ਼ਿਆਦਾ ਜੁੜੀ ਹੈ, ਦੈਟ ਇਜ਼ ਵਿਆਜ, ਇੰਟਰਸਟ, ਜਿਹਨੂੰ ਅਸੀਂ ਕਹਿੰਦੇ ਹਾਂ। ਇੰਟਰਸਟ ਕੀ ਹੁੰਦਾ ਹੈ ਬੇਟਾ? ਜਦੋਂ ਵੀ ਆਪਾਂ ਬੈਂਕ ਜਾਂ ਡਾਕਖਾਨੇ ਵਰਗੀਆਂ ਸੰਸਥਾਵਾਂ ਵਿੱਚ ਕੁਝ ਪੈਸੇ ਜਮ੍ਹਾਂ ਕਰਾਉਂਦੇ ਹਾਂ ਤਾਂ ਇਹ ਸੰਸਥਾਵਾਂ ਸਾਨੂੰ ਸਾਡੀ ਜਮ੍ਹਾਂ ਕੀਤੀ ਗਈ ਰਾਸ਼ੀ ਤੇ ਕੁਝ ਵਾਧੂ ਰਕਮ ਸਾਨੂੰ ਦਿੰਦੀਆਂ ਹਨ, ਜਿਸ ਨੂੰ ਅਸੀਂ ਕੀ ਬੋਲਦੇ ਹਾਂ? ਵਿਆਜ। ਤੇ ਇੰਗਲਿਸ਼ 'ਚ ਅਸੀਂ ਇਹਨੂੰ ਕੀ ਬੋਲਦੇ ਹਾਂ? ਇੰਟਰਸਟ। ਕਲੀਅਰ ਹੈ ਬੇਟੇ? ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਿਰਫ ਬੈਂਕ ਤੇ ਡਾਕਖਾਨਿਆਂ 'ਚੋਂ ਇੰਟਰਸਟ ਲੈਂਦੇ ਹਾਂ। ਕਈ ਵਾਰ ਬੇਟਾ ਤੁਸੀਂ ਆਪਣੇ ਪੇਰੈਂਟਸ ਨੂੰ ਸੁਣਿਆ ਹੋਵੇ ਅਸੀਂ ਉਹਨਾਂ ਤੋਂ ਪੈਸੇ ਫੜੇ ਹਨ ਵਿਆਜ ਤੇ, ਕੁਝ ਇੱਕ ਪੈਸੇ ਆਪਾਂ ਕਈ ਵਾਰ ਕਿਸ ਤੋਂ ਉਧਾਰ ਲੈ ਲੈਂਦੇ ਹਾਂ, ਕੁਝ ਇੱਕ ਉਹਨੂੰ ਥੋੜਾ ਜਿਹਾ ਅਮਾਊਂਟ, ਪਰ ਉਹ ਪਰਸੈਂਟੇਜ ਦੇ ਹਿਸਾਬ ਨਾਲ ਹੁੰਦਾ। ਇਹ ਨਹੀਂ ਆਪਾਂ ਕਹਿ ਸਕਦੇ ਮੈਂ ਤੁਹਾਨੂੰ ਇੰਨੇ ਪ੍ਰਤੀਸ਼ਤ ਦੇ ਹਿਸਾਬ ਨਾਲ ਵੀ ਮੈਂ ਇੰਨੀ ਦਰ ਨਾਲ ਤੁਹਾਡੇ ਤੋਂ ਵਿਆਜ ਲਵਾਂਗਾ, ਆਪਾਂ ਉਸਨੂੰ ਫਿਰ ਐਕਸਟਰਾ ਪੈਸੇ ਜਿਹੜੇ ਹੈ ਦਿੰਦੇ ਹਾਂ। ਬੱਚਿਓ ਤੁਸੀਂ ਕਦੇ ਆਪਣੇ ਮੰਮੀ ਪਾਪਾ ਦੀ ਜਾਂ ਖੁਦ ਦੀ, ਤੁਹਾਡੇ ਸਭ ਦੇ ਅਕਾਊਂਟ ਵੀ ਹੁੰਦੇ ਹਨ ਬੈਂਕ 'ਚ, ਕਿਸੇ ਦਿਨ ਉਸਨੂੰ ਤੁਸੀਂ ਖੋਲ ਕੇ ਦੇਖਣਾ, ਤੁਸੀਂ ਦੇਖਣਾ ਉਹਦੇ ਵਿੱਚ ਹਰ ਸਾਲ ਜਾਂ 6 ਮਹੀਨੇ ਬਾਅਦ ਇੱਕ ਇੰਟਰਸਟ ਕਰਕੇ ਉਹਦੇ ਵਿੱਚ ਕੁਝ ਪੈਸੇ ਜਾਂ ਕੁਝ ਰੁਪਏ ਹੋਰ ਜੁੜੇ ਹੁੰਦੇ ਹਨ। ਤੇ ਇਸ ਲਈ ਬੈਂਕ ਜਾਂ ਡਾਕਖਾਨੇ ਆਪਾਂ ਨੂੰ ਵਿਆਜ ਦਿੰਦੇ ਹਨ। ਇੱਕ ਛੋਟਾ ਜਿਹਾ ਕੁਐਸਚਨ ਚੈਪਟਰ ਤੋਂ ਹਟ ਕੇ ਹੈ ਬੇਟਾ, ਕੀ ਤੁਸੀਂ ਕਦੇ ਸੋਚਿਆ ਬੈਂਕ ਆਪਾਂ ਨੂੰ ਵਿਆਜ ਦਿੰਦੇ ਹਨ, ਉਹ ਆਪਾਂ ਨੂੰ ਪੈਸੇ ਵਧਾ ਕੇ ਕਿਉਂ ਦਿੰਦੇ ਹਨ? ਇਹ ਤੁਹਾਡੇ ਲਈ ਕੁਐਸਚਨ ਹੈ, ਇਹਦੇ ਬਾਰੇ ਸੋਚਣਾ ਵੀ ਆਪਾਂ ਨੂੰ ਕਿਉਂ ਪੈਸੇ ਆਪਾਂ ਨੂੰ ਐਕਸਟਰਾ ਮਿਲਦੇ ਹਨ। ਚਲੋ ਹੁਣ ਤੁਸੀਂ ਵਿਆਜ ਦੀ ਜਦੋਂ ਆਪਾਂ ਗੱਲ ਕੀਤੀ, ਤੁਸੀਂ ਵਿਆਜ ਨਾਲ ਸੰਬੰਧਿਤ ਕੀ ਸੁਣਿਆ ਹੋਇਆ ਬੱਚਿਓ? ਪਹਿਲਾਂ ਸਧਾਰਨ ਵਿਆਜ, ਮੈਂ ਬਿਲਕੁਲ ਸਮਝ ਗਈ। ਸਿੰਪਲ ਇੰਟਰਸਟ ਜਿਹਨੂੰ ਅਸੀਂ ਕਹਿੰਦੇ ਹਾਂ, ਆਪਾਂ 6th ਕਲਾਸ ਤੋਂ ਪੜ੍ਹਦੇ ਆ ਰਹੇ ਹਾਂ। ਤਾਂ ਬਿਲਕੁਲ ਉਹ ਜਿਹਾ ਇੱਕ ਛੋਟਾ ਜਿਹਾ ਕੁਐਸਚਨ ਲਿਆ, ਮੈਨੂੰ ਪਤਾ ਤੁਸੀਂ ਬਹੁਤ ਜਲਦੀ ਕਰ ਲਓਗੇ। 10,000 ਰੁਪਏ ਦੀ ਰਾਸ਼ੀ ਨੂੰ 10% ਸਾਲਾਨਾ ਦਰ ਤੇ 2 ਸਾਲ ਲਈ ਉਧਾਰ ਲਿਆ ਗਿਆ। 2 ਸਾਲ ਬਾਅਦ ਸਧਾਰਨ ਵਿਆਜ ਅਤੇ ਕੁੱਲ ਧਨ ਪਤਾ ਕਰੋ। ਮੈਨੂੰ ਲੱਗਦਾ ਬੱਚਿਆਂ ਨੇ ਸ਼ੁਰੂ ਵੀ ਕਰ ਲਿਆ ਹੋਣਾ, ਪਰ ਚਲੋ ਆਪਾਂ ਲਿਖਦੇ ਹਾਂ ਰਾਸ਼ੀ ਜਿਹੜੀ ਲਈ ਹੈ ਉਧਾਰ ਬੇਟੇ, ਉਹਨੂੰ ਆਪਾਂ ਲਿਖਦੇ ਹਾਂ ਪ੍ਰਿੰਸੀਪਲ। ਪ੍ਰਿੰਸੀਪਲ ਨੂੰ ਅਸੀਂ P ਜਾਂ ਮੂਲਧਨ ਲਿਖ ਲਓ। ਅੱਛਾ ਤਾਂ ਇਹ ਹੈ ਬੇਟੇ ਕਿ ਤੁਸੀਂ ਇਹ ਵਾਲੀ ਆਪਣੀਆਂ ਟਰਮ ਸਿੱਖੋ। P, R ਕਿੰਨਾ ਹੈ? ਰੇਟ। R ਤੋਂ ਕੀ ਹੁੰਦਾ ਬੇਟਾ? ਰੇਟ ਕਿੰਨਾ ਹੈ? 10% ਸਾਲਾਨਾ। ਸਮਾਂ ਬੇਟਾ, ਸਮਾਂ ਨੂੰ ਕੀ ਲਿਖਦੇ ਹਾਂ? ਟਾਈਮ। T ਇਜ਼ 2 ਸਾਲ, 2 ਸਾਲ। ਠੀਕ ਹੈ ਬੇਟੇ। ਸਿੰਪਲ ਇੰਟਰਸਟ SI ਜਾਂ ਸਧਾਰਨ ਵਿਆਜ ਲਿਖਣਾ ਚਾਹੋ ਲਿਖ ਸਕਦੇ ਹੋ। ਫਾਰਮੂਲਾ ਬੇਟੇ ਆਪਾਂ ਨੂੰ ਆਉਂਦਾ ਹੈ P ਗੁਣਾ R ਗੁਣਾ T ਵਟਾ 100। ਠੀਕ ਹੈ ਬੇਟੇ। ਤਾਂ ਅਸੀਂ 10,000 ਗੁਣਾ 10 ਗੁਣਾ 2 ਵਟਾ, ਇਹ ਆਪਾਂ ਬਹੁਤ ਪੁਰਾਣਾ ਸਿੱਖਿਆ ਹੈ, ਸਭ ਅਸੀਂ ਇਸ ਤਰ੍ਹਾਂ ਹੀ ਆਪਾਂ ਲਿਖਦੇ ਜਾਂਦੇ ਹਾਂ, ਸਵਾਲ ਕੱਢਦੇ ਜਾਂਦੇ ਹਾਂ। ਤਾਂ ਆਪਾਂ ਇਹਦੇ ਨਾਲ ਕਿੰਨਾ ਬੇਟਾ ਤੁਹਾਡੇ ਕੋਲ ਆਨਸਰ ਆ ਗਿਆ? 2,000 ਰੁਪਏ ਬੇਟੇ ਤੁਹਾਡੇ ਕੋਲ ਸਿੰਪਲ ਇੰਟਰਸਟ ਆ ਗਿਆ। ਤੇ ਜਦੋਂ ਅਸੀਂ ਕੁੱਲ ਧਨ ਕੱਢਣਾ ਹੈ, ਜਿਸ ਨੂੰ ਅਸੀਂ ਅਮਾਊਂਟ ਲਿਖਦੇ ਹਾਂ, ਅਮਾਊਂਟ ਵੀ ਲਿਖ ਦਿੰਦੇ ਹਾਂ, ਕੁੱਲ ਧਨ ਵੀ ਲਿਖ ਦਿੰਦੇ ਹਾਂ, A ਨਾਲ ਇਹਨੂੰ ਆਪਾਂ ਬੇਟੇ ਰਿਪਰੈਜ਼ੈਂਟ ਕਰਦੇ ਹਾਂ। ਤਾਂ 10,000 ਦੇ ਵਿੱਚ ਬੇਟੇ ਅਸੀਂ 2,000 ਰੁਪਏ ਹੋਰ ਐਡ ਕਰ ਦਿੰਦੇ ਹਾਂ। ਤਾਂ ਤੁਹਾਡੇ ਕੋਲ ਉਹ ਕਿੰਨੇ ਪੈਸੇ, ਤੁਹਾਨੂੰ 2,000 ਬਾਅਦ 2 ਸਾਲ ਬਾਅਦ ਕਿੰਨੇ ਪੈਸੇ ਮਿਲ ਜਾਣਗੇ? 12,000 ਰੁਪਏ। ਠੀਕ ਹੈ ਬੱਚਿਓ। ਇਹ ਜਿਹੜਾ 2,000 ਰੁਪਏ ਵਧਿਆ ਹੈ ਉਹ ਸਾਨੂੰ ਕੀ ਮਿਲਿਆ? ਉਸ ਤੇ ਸਧਾਰਨ ਵਿਆਜ ਮਿਲਿਆ ਹੈ। ਤਾਂ ਇਸ ਤਰ੍ਹਾਂ ਬੇਟੇ ਆਪਾਂ ਹੁਣ, ਪਰ ਇੱਕ ਜਿਹੜੀ ਬੜੀ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਜੇ ਤੁਸੀਂ ਆਪਣੀ ਬੈਂਕ ਦੀ ਕਾਪੀ ਦੇ ਵਿੱਚ ਬੇਟੇ 10,000 ਰੁਪਏ ਜਮ੍ਹਾਂ ਕਰਾ ਦਿੱਤੇ ਮੰਨ ਲਓ, ਤੇ ਤੁਸੀਂ ਚੈੱਕ ਕਰੋ ਕਿ 1 ਸਾਲ ਬਾਅਦ ਉਸ ਤੇ ਕੁਝ ਇੱਕ ਵਿਆਜ ਜਿਹੜਾ ਜੁੜਿਆ ਹੋਇਆ, ਲੇਕਿਨ ਅਗਲੇ ਸਾਲ ਜੇ ਉਹੀ ਰਾਸ਼ੀ ਰਹਿੰਦੀ ਹੈ, ਜਿਹੜਾ ਵਿਆਜ ਹੈ ਉਹ ਕੀ ਹੁੰਦਾ ਹੈ? ਵੱਧ ਹੁੰਦਾ ਪਹਿਲਾਂ ਨਾਲੋਂ। ਤਾਂ ਉਹ ਚੀਜ਼ਾਂ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਬੇਟੇ? ਕੀ ਬੋਲਦੇ ਹਾਂ ਅਸੀਂ? ਕੰਪਾਊਂਡ ਇੰਟਰਸਟ। ਹੁਣ ਧਿਆਨ ਨਾਲ ਤੁਸੀਂ ਸਮਝਣਾ ਹੈ ਕਿ ਕੰਪਾਊਂਡ ਇੰਟਰਸਟ ਕੀ ਹੁੰਦਾ ਹੈ, ਜਿਹਨੂੰ ਅਸੀਂ ਬੋਲਦੇ ਹਾਂ ਮਿਸ਼ਰਿਤ ਵਿਆਜ। ਬੇਟਾ ਉਹ ਕੀ ਹੁੰਦਾ ਹੈ ਕਿ ਜਿਵੇਂ ਮੰਨ ਲਓ ਮੈਂ ਬੈਂਕ ਦੇ ਵਿੱਚ 10,000 ਰੁਪਏ ਜਮ੍ਹਾਂ ਕਰਾਏ, ਜਦੋਂ ਤਾਂ ਸਧਾਰਨ ਵਿਆਜ ਮੈਂ ਰੱਖਿਆ ਤਾਂ ਹਰ ਸਾਲ ਮੇਰਾ ਮੂਲਧਨ ਨੂੰ ਕਿੰਨਾ ਮੰਨਦੇ ਹਨ? 10,000। ਪਹਿਲੇ ਸਾਲ ਵੀ 10,000, ਦੂਜੇ ਸਾਲ ਵੀ 10,000। ਤਾਂ ਜੇ ਸਧਾਰਨ ਵਿਆਜ ਦੀ ਗੱਲ ਕਰ ਰਹੀ ਹਾਂ ਤੇ ਹਰ ਸਾਲ ਮੂਲਧਨ 10,000 ਰਹੇਗਾ, ਦਰ ਮੇਰੀ ਕਿੰਨੀ ਰਹੇਗੀ? 10% ਤੇ 1 ਸਾਲ ਦਾ ਇਸ ਤਰ੍ਹਾਂ ਕਰਕੇ ਉਹੀ ਮੂਲਧਨ ਤੇ ਮੇਰਾ ਜਿਹੜਾ ਹੈ ਐਡ ਹੁੰਦਾ ਜਾਏਗਾ। ਲੇਕਿਨ ਜਦੋਂ ਮਿਸ਼ਰਿਤ ਵਿਆਜ ਹੁੰਦਾ ਹੈ ਬੇਟੇ ਤਾਂ ਕੀ ਹੁੰਦਾ ਹੈ? ਪਹਿਲੇ ਸਾਲ ਦਾ ਅਸੀਂ ਵਿਆਜ ਕੱਢਦੇ ਹਾਂ, ਉਸ ਨੂੰ ਅਸੀਂ ਕਿਹਦੇ ਵਿੱਚ ਐਡ ਕਰਦੇ ਹਾਂ? ਮੂਲਧਨ ਦੇ ਵਿੱਚ। ਤਾਂ ਅਗਲੇ ਸਾਲ ਦਾ ਜਿਹੜਾ ਮੂਲਧਨ ਕਿੰਨਾ ਹੋ ਜਾਏਗਾ ਬੇਟੇ? ਪਹਿਲੇ ਸਾਲ ਦੇ ਮੂਲਧਨ ਤੋਂ ਥੋੜਾ ਜਿਹਾ ਵੱਧ ਜਾਵੇਗਾ, ਕਿਉਂਕਿ ਉਹਦੇ ਵਿੱਚ ਕੀ ਐਡ ਹੋ ਜਾਏਗਾ? ਸਾਡਾ ਇੰਟਰਸਟ। ਦੇਖੋ ਕਿਵੇਂ, sum of rupees 10,000 is borrowed at the rate of 10% per annum for 2 years। ਮਤਲਬ 10,000 ਰੁਪਏ ਦੀ ਰਾਸ਼ੀ 10% ਸਾਲਾਨਾ ਦਰ ਨਾਲ 2 ਸਾਲ ਲਈ ਉਧਾਰ ਲਿੱਤੀ ਗਈ। ਜੇਕਰ ਵਿਆਜ ਹਰ ਸਾਲ ਲੱਗਦਾ ਹੋਵੇ, ਹਰ ਸਾਲ ਜੁੜਦਾ ਹੋਵੇ, ਕੰਪਾਊਂਡਡ ਐਨੂਅਲੀ, ਹਰ ਸਾਲ ਜੁੜਦਾ ਹੋਵੇ, ਤਾਂ ਇਸ ਰਾਸ਼ੀ ਤੇ ਤੁਸੀਂ ਇੰਟਰਸਟ ਪਤਾ ਕਰੋ, ਵਿਆਜ ਪਤਾ ਕਰੋ ਤੇ 2 ਸਾਲ ਬਾਅਦ ਕਿੰਨਾ ਅਮਾਉਂਟ ਸਾਨੂੰ ਮਿਲੇਗਾ ਉਹ ਅਸੀਂ
पता करना है। देखो बेटे P कितना है 10,000, ध्यान नाल देखना बेटे। R कितना है 10%, ते समा कितना है बेटा 2 साल। पर जदों असीं कंपाउंडिंग मतलब हर साल बाद जुड़दा है, तां असीं एक साल नूं लैके चलांगे। तां पहले साल लई बेटे SI1 पहले साल की गल करदी हां कि 1 मैं पैर च तां पाता, पहले साल का जिहड़ा सधारण ब्याज बेटे कितना लग रहा है 10,000 गुना 10 गुना समा कितना बेटा 1 साल, कितना लग गया बच्चों 1000 रुपए। ठीक है। पर हुण दूसरे साल दे शुरू विच जिहड़ा पहले साल दे शुरू च 10,000 तुहाडे कोल मूलधन सी, पर दूजे साल दे शुरू दे विच P2 मैं पैर च पाता, इत्थे आपां 1 पा लैने आ। ये कितना हो जाएगा बेटे 10,000 प्लस जिहड़ा 1000 रुपया तुहाडे पहले साल दा ब्याज लग्या वो भी इहदे विच बेटे ऐड हो जाएगा। आही चीज़ इहदे विच इंपॉर्टेंट है। लेकिन जो सधारण ब्याज सी वो भी चाहे तुसीं 1 साल का कढ़ सकते हो, पर हर वारी जिहड़ा मूलधन है तुहाडा कितना रहेगा 10,000 चाहे जिन्ने साल मर्जी। पर इत्थे दूजे साल ही तुहाडा मूलधन है जिहड़ा बदल गया। आओ हुण आपां देखिए दूजे साल वास्ते जिहड़ा तुहाडा 2 पाता मैं पैर च, सिंपल इंटरस्ट बेटे कितना हो जाएगा। हुण असीं इत्थे कितना लवांगे, हाँ जी बच्चों मूलधन हुण असीं कितना लवांगे 11,000 रुपए गुना 10 गुना 1/100। लो बेटा कितना आ गया तुहाडे कोल 1100 रुपए तुहाडे कोल दूजे साल दा की आ गया बच्चों ब्याज आ गया। तां हुण साडे कोल कितना हो गया, कुल अमाउंट कितना हो जाएगा, कुल धन जिन्हों असीं बोलते हैं कितना हो जाएगा बेटे 11,000 जमा 1100 रुपए, कितना आ गया बेटे 12,100 रुपए। इज इट क्लीयर। ये अमाउंट भी कह सकते हैं, आप तीजे साल का मूलधन भी कह सकते हैं, पर क्योंकि हुण तीजे साल तो जा ही नहीं रहा, उन्हें 2 साल तक रखा, इस करके असीं इहनूं की बोलते हैं अमाउंट बोलते हैं। हुण तुसीं देखो बेटा तुहानूं कितना ब्याज मिलिया, चाहे तो तुसीं इन्हां दोनों नूं ऐड कर लो क्योंकि पहले साल का ब्याज दूजे साल का, कुल ब्याज कितना मिलिया सानूं 1000 प्लस 1100 रुपए, कितना आ गया बेटा तुहाडे कोल 2100 रुपए। इज इट क्लीयर। जबकि जदों असीं पिछला सवाल कीता सीगा ਉਹਦੇ ਚ ਤੁਸੀਂ ਦੇਖਿਆ बेटे ਤੁਹਾਨੂੰ ਵਿਆਜ ਕਿੰਨਾ ਮਿਲਿਆ ਸੀ 2000 रुपए ਤੇ ਤੁਹਾਨੂੰ ਐਂਡ ਚ ਪੈਸੇ ਕਿੰਨੇ ਮਿਲੇ ਸੀ 12000 रुपए ਸਧਾਰਨ ਵਿਆਜ ਦੇ ਵਿੱਚ। पर ਇੱਥੇ ਆਪਾਂ ਦੇਖ ਰਹੇ ਹਾਂ बेटे ਇੱਥੇ ਆਪਾਂ ਨੂੰ ਕਿੰਨੇ ਮਿਲੇ ਆ 12100 रुपए ਤੇ ਜਿਹੜਾ ਵਿਆਜ ਹੈ ਉਹ ਕੀ ਮਿਲਿਆ ਹੈ 2100 रुपए। ਇਹ बेटा ਦੋਨਾਂ ਕੁਐਸਚਨਾਂ ਦੀ ਆਪਾਂ ਤੁਲਨਾ ਕਰਕੇ ਜੇ ਦੇਖੀਏ ਤਾਂ ਦੱਸੋ ਤੁਹਾਨੂੰ ਜ਼ਿਆਦਾ ਫਾਇਦਾ ਕਾਹਦੇ ਚ ਹੋਇਆ, ਸਧਾਰਨ ਵਿਆਜ ਚ ਹੋਇਆ ਕਿ ਮਿਸ਼ਰਿਤ ਵਿਆਜ ਚ ਹੋਇਆ। बिल्कुल आप हाँ जी बिल्कुल ठीक है मिश्रित ब्याज दे विच, क्योंकि मिश्रित ब्याज दे विच की हुंदा है एक साल का सधारण ब्याज पहला कढ़दे हैं, 1 साल का कढ़िया वो जिहड़ा ब्याज आया वो दूजे साल दे मूलधन दे विच वो ब्याज जुड़ गया। उस तरह जे तीसरे साल है तो अगे अगे इस तरह नाल चलता रहता है। तो बच्चों मैनूं उम्मीद है कि तुहानूं सब तो पहला डिफरेंस समझ आ गया होएगा कि सधारण ब्याज ते मिश्रित ब्याज दे विच की फर्क है, आपां नूं किहड़ा ब्याज लैण दे विच फायदा हुंदा है। बैंकां दे विच बेटा ज़्यादा FD वगैरह जो तुसीं कराने उहदे ते किहड़ा ब्याज लगदा है मिश्रित ब्याज ही लगदा है। ते हुण आपां अपने नैक्सट उहदे विच असीं देखांगे कि साडे कोल मिश्रित ब्याज की असीं हर वारी इस तरह ही कैलकुलेट करांगे। मान लो सुपोज इसे प्रश्न दे विच मान लो ये 4 साल दा हुंदा, फिर आपां की इन्ने ही लंबे क्वेश्चन करांगे 4 साल हर वार कड्डांगे। वैसे वो तरीका गलत नहीं है, वो मैथड भी ठीक है कि तुसीं करो हर वार, पर उहदे च कैलकुलेशन थोड़ियां सवाल लंबे हो जाते हैं बेटे। तो आपां देखांगे कि असी होर कोई मैथड नाल क्वेश्चन तुसीं एक क्वेश्चन मैं तुहाडे लई छड्ड के जा रही हूँ, तुसीं करके रखना है कि 500 रुपए ते 5% सालाना दर नाल 2 साल लई मिश्रित ब्याज पता करके तुसीं रखना है, उसे मैथड ना करना। फिर आपां देखांगे कि असीं इहदे विच होर की कर सकते हैं। तो हुण मैं जान लगे तुहाडे लई 2 चीज़ां छड्डियां, एक तो तुसीं आ क्वेश्चन करना बेटा, एक मैं तुहानूं होर क्वेश्चन पुछया सी भी तुसीं ये पता करके आना है कि जिहड़े बैंक है या पोस्ट ऑफिस है वो सानू ब्याज तो दिंदे हैं, पर उन्हां कोल भी तो आखिर कितों ब्याज देण लई पैसे आंदे हैं ना, वो तुसीं पता करके आना है कि तुसीं वो जिहड़ा ब्याज सानू किवें मिलदा है, बैंकां दे विच पैसा रखण दा सानू की फायदा हुंदा है। ते एक तुसीं अपने पेरेंट्स दी या अपनी जिहड़ी कापी है वो भी चंगी तरह देख के आनी है, देख के आना है कि उहदे च इंटरस्ट दी एंट्री किवें हुंदी है ते सानू किन्ने क पैसे है जिहड़े साल च ओह वधदे हन। ते बच्चों तुहाडा बहुत बहुत धन्नवाद। तो मैनूं उम्मीद है तुहानूं अज ये कॉन्सैप्ट चंगी तरह बेटा समझ आ गए होणगे। तो नैक्सट आपां जिहड़ा है इहनूं अच्छी तरह नाल आपां मिश्रित ब्याज दा चैप्टर करांगे। थैंक यू सो मच।